ਹੁਣ ਗੱਲ ਹੈ ਜਦੋਂ ਬੰਦਾ PR ਸੋਚਦਾ ਵੀ ਉਹ ਪਰਮਾਨੈਂਟ ਰੈਜ਼ੀਡੈਂਟ ਹੋ ਗਿਆ ਕੈਨੇਡਾ ਦਾ, ਉਸ ਤੋਂ ਬਾਅਦ ਵੀ ਉਹਨੂੰ ਡਿਪੋਰਟ ਕੀਤਾ ਜਾ ਸਕਦਾ। ਡਿਪੋਰਟੇਸ਼ਨ ਲਾਸਟ ਸਟੈਪ ਹੁੰਦਾ। ਫਿਰ ਦੁਬਾਰਾ ਉਹਦੇ ਕਾਗਜ਼ ਕਦੋਂ ਕੱਢਦੀ ਹੈ ਇਮੀਗ੍ਰੇਸ਼ਨ ਕਿ ਵੀ ਉਹ ਦੁਬਾਰਾ ਚੈੱਕ ਕਰੀਏ, ਜਾਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹ ਬੰਦਿਆਂ ਦੀ ਚੰਗੀ ਭਲੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਕ੍ਰਿਮੀਨਲ ਲਾਅ ਦੇ ਅਕੋਰਡਿੰਗਲੀ ਕੈਨੇਡਾ 'ਚ ਡਰਿੰਕ ਐਂਡ ਡਰਾਈਵਿੰਗ ਵੀ ਉਸਦੇ ਅੰਦਰ ਆ ਗਈ। ਜੇ ਤੁਸੀਂ ਨਹੀਂ ਕਰਦੇ ਤੇ ਫਿਰ ਕਹਾਣੀ ਵਿਗੜ ਸਕਦੀ ਹੈ। ਕਿਉਂਕਿ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਤੁਸੀਂ ਇਨਐਡਮਿਸਿਬਲ ਹੋ ਗਏ ਤੇ ਤੁਹਾਨੂੰ ਡਿਪੋਰਟ ਵੀ ਕਰ ਸਕਦੇ। ਬਿਮਾਰੀ ਨਾਲ ਕੈਨੇਡੀਅਨ ਹੈਲਥ ਕੇਅਰ ਨੂੰ $1 ਲੱਖ ਦਾ ਤੇ ਉੱਪਰ ਦਾ ਖਰਚਾ ਹੋਏਗਾ 5 ਸਾਲ 'ਚ, ਉਹ ਇਨਐਡਮਿਸਿਬਿਲਿਟੀ ਹੋਏਗੀ। ਲੈਟਰ ਮਿਲ ਜਾਂਦੀ ਹੈ ਕਿ ਮਿਸ ਰਿਪਰੈਜ਼ੈਂਟੇਸ਼ਨ ਦਾ ਕੇਸ ਤੁਹਾਡੇ ਤੇ ਲੱਗ ਗਿਆ ਜੀ, ਤੁਹਾਨੂੰ ਤਾਂ ਡਿਪੋਰਟ ਕਰਨਾ। ਜੇ ਬੰਦਾ ਸਿਟੀਜ਼ਨ ਹੋ ਜਾਏ ਫਿਰ ਤਾਂ ਨਹੀਂ ਕੱਢਦੇ। ਉਹਦੇ 'ਚ ਇਹਨਾਂ ਨੇ ਸਿਟੀਜ਼ਨਸ਼ਿਪ ਨੂੰ ਵੀ ਇਹਨਾਂ ਨੇ ਸਟਾਰਟ ਕੀਤਾ। ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਈ, ਹਾਂਜੀ, ਐਂਡ ਤੁਹਾਡੇ ਉਸ ਕੇਸ ਦੇ ਵਿੱਚ ਇਹ ਪ੍ਰੋਸੀਡਿੰਗਸ ਚੱਲਦੀਆਂ ਰਹੀਆਂ ਤੇ ਤੁਹਾਨੂੰ ਚੱਕ ਕੇ ਬਾਹਰ ਮਾਰਨਗੇ। ਹਸਬੈਂਡ ਨੂੰ ਕਿਸੇ ਰੀਜ਼ਨ ਕਰਕੇ ਮੈਡੀਕਲ ਇਨਐਡਮਿਸਿਬਿਲਿਟੀ ਆ ਗਈ, ਉਹ ਵਾਈਫ ਨੂੰ ਵੀ ਆਪਣੇ ਨਾਲ ਸਟਾਪ ਕਰ ਦੇਗਾ। H1B ਵੀਜ਼ਾ ਦੇ ਉੱਪਰ ਕੁਝ ਲੇਟੈਸਟ ਅਪਡੇਟ ਕੁਛ ਆਈ। ਤੁਹਾਡੀ ਫੈਮਿਲੀ ਤੇ ਤੁਹਾਨੂੰ ਵੀ ਵੀਜ਼ਾ ਦੇਵਾਂਗੇ ਤੇ 3 ਸਾਲ ਦਾ ਵੀਜ਼ਾ ਹੈਗਾ ਤਾਂ ਓਪਨ ਵਰਕ ਪਰਮਿਟ ਹੋਏਗਾ। ਮੈਂ ਐਡਾ ਵੀ ਪੱਕਾ ਨਹੀਂ ਹੈਗਾ, ਜਦੋਂ ਮਰਜ਼ੀ ਅਗਲੇ ਵਾਸ ਚੜਾ ਸਕਦੇ ਮੈਨੂੰ। ਖਾਸ ਕਰਕੇ ਆਪਣੇ ਭਾਈਚਾਰੇ ਜਿੱਦਾਂ ਬੋਲਾ ਨਾ ਲਾ ਵੀ PR ਹੋ ਗਈ, ਉਹ PR ਹੋ ਗਈ ਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਨੂੰ ਕੋਈ ਪੱਕਾ ਹੀ ਰੱਖ ਲਿਆ ਨਾ, ਅਗਲੇ ਜਦੋਂ ਮਰਜ਼ੀ ਮੋੜ ਸਕਦੇ ਇੱਦਾਂ ਹੀ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਨਾਲ ਰਿਲੇਟਡ। ਤੇ ਇਹ ਪ੍ਰੋਗਰਾਮ ਤੁਹਾਡੇ ਲਈ ਸੁਣਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜੇ ਤਾਂ ਤੁਸੀਂ ਅਜੇ ਕੈਨੇਡਾ ਆਉਣ ਦੀ ਸ਼ੁਰੂਆਤ ਕਰਨੀ ਤਾਂ ਵੀ, ਤੇ ਜੇ ਕੈਨੇਡਾ ਆ ਗਏ ਹੋ ਤਾਂ ਵੀ, ਕੈਨੇਡਾ ਤੁਹਾਡੇ ਲਈ ਦਰਵਾਜ਼ੇ ਬੰਦ ਕਰ ਸਕਦਾ। ਉਹਦੇ ਪਿੱਛੇ ਕਈ ਕਾਰਨ ਨੇ ਤੇ ਕਈ ਵਾਰ ਆਪਾਂ ਨੂੰ ਉਹਨਾਂ ਕਾਰਨਾਂ ਨੂੰ ਡਿਸਕਸ ਕਰਨ ਲੱਗਿਆਂ ਵੀ ਡਰ ਲੱਗਦਾ, ਪਰ ਡਿਸਕਸ ਅਸੀਂ ਤਾਂ ਕਰਨ ਲੱਗੇ ਹਾਂ ਵੀ ਤਾਂ ਜੋ ਆਪਾਂ ਉਹਨਾਂ ਕਾਰਨਾਂ ਵਾਲੇ ਪਾਸੇ ਜਾਈਏ ਨਾ। ਤੇ ਇਹ ਸਾਰੀ ਗੱਲਬਾਤ ਕਰਨ ਲਈ ਅੱਜ ਨੰਦਾ ਲਾਅ ਆਫਿਸ ਤੋਂ ਮਨਦੀਪ ਚੌਧਰੀ ਜੀ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਦੀਪ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ। ਮਨਦੀਪ ਜੀ, ਪਹਿਲਾਂ ਤਾਂ ਇਹ ਦੱਸੋ ਕਿ ਨੰਦਾ ਲਾਅ ਆਫਿਸ, ਜੇ ਮੈਂ ਗਲਤ ਨਹੀਂ ਤੇ ਸ਼ਾਇਦ 20ਵਾਂ ਸਾਲ ਚੱਲਦਾ ਪਿਆ ਜੀ ਤੁਹਾਡਾ ਇਹ ਲਾਅ ਫਰਮ ਦੇ ਤੌਰ ਤੇ ਤੁਸੀਂ ਸਰਵਿਸਿਜ਼ ਦੇ ਰਹੇ ਹੋ। ਜੇ ਮੈਂ ਗਲਤ ਨਹੀਂ ਤੇ ਇਮੀਗ੍ਰੇਸ਼ਨ ਤੋਂ ਇਲਾਵਾ ਵੀ ਸਰਵਿਸਿਜ਼ ਤੁਸੀਂ ਦਿੰਦੇ ਹੋ? ਹਾਂਜੀ, ਨੰਦਾ ਲਾਅ ਆਫਿਸ ਦਾ ਇਹ 20ਵਾਂ ਸਾਲ ਹੈਗਾ ਤੇ ਆਪਣੀ GTA ਦੀ ਕਮਿਊਨਿਟੀ ਨੂੰ ਉਹ ਸਰਵਿਸ ਕਰ ਰਹੇ ਤੇ ਇਮੀਗ੍ਰੇਸ਼ਨ ਦੇ ਨਾਲ ਨਾਲ ਰੀਅਲ ਸਟੇਟ, ਆਪਣਾ ਫੈਮਿਲੀ ਲਾਅ, ਸਟੇਟ ਪਲੈਨਿੰਗ, ਸਿਵਲ ਲਿਟੀਗੇਸ਼ਨ ਦੇ ਮੈਟਰ ਨਾਲ ਡੀਲ ਕਰਦੇ। ਮਤਲਬ ਕਾਨੂੰਨੀ ਉਲਝਣ ਕੋਈ ਪੈ ਜਾਵੇ ਫਿਰ ਤੁਸੀਂ ਸਾਥ ਦਿੰਦੇ ਹੋ ਬੰਦੇ ਦਾ। ਹਾਂਜੀ। ਪਰ ਅੱਜ ਆਪਾਂ ਗੱਲ ਕਰਾਂਗੇ ਇਮੀਗ੍ਰੇਸ਼ਨ ਨਾਲ ਰਿਲੇਟਡ। ਹੁਣ ਤੁਸੀਂ ਦੇਖਿਆ ਹੋਣਾ ਕਿ ਇੱਥੇ ਆਪਣੇ GTA ਦੇ ਵਿੱਚ ਹੀ ਕੋਈ 700 ਦੇ ਕਰੀਬ ਐਸੇ ਵਿਦਿਆਰਥੀ ਨੇ ਜਿਨ੍ਹਾਂ ਦਾ ਉਹ ਆਪਣੇ ਵੱਲੋਂ ਪ੍ਰੋਟੈਸਟ ਵੀ ਕਰਦੇ ਪੈਣ। ਉਹ ਇੱਕ ਤਰ੍ਹਾਂ ਨਾਲ ਨੈਸ਼ਨਲ ਛੱਡ ਕੇ ਹੁਣ ਤਾਂ ਇੰਟਰਨੈਸ਼ਨਲ ਮੁੱਦਾ ਬਣ ਗਿਆ ਵੀ ਇਹ ਕਿਵੇਂ ਹੋ ਗਿਆ ਜੀ ਵੀ ਕੋਈ ਬੱਚਾ ਜਿਹੜਾ ਹੈ ਉਹਨੇ ਇੰਨੇ ਸਾਲ ਆਪਣੀ ਪੜ੍ਹਾਈ ਕੀਤੀ, ਕੰਮ ਕੀਤਾ, ਆਫਟਰ ਆਲ ਜਦੋਂ PR ਦੇ ਪ੍ਰੋਸੈਸ 'ਤੇ ਪਹੁੰਚਿਆ ਤੇ ਸਾਹਮਣੇ ਉਹਨੂੰ ਇਹ ਲੈਟਰ ਮਿਲ ਜਾਂਦੀ ਹੈ ਕਿ ਮਿਸ ਰਿਪਰੈਜ਼ੈਂਟੇਸ਼ਨ ਦਾ ਕੇਸ ਤੁਹਾਡੇ ਤੇ ਲੱਗ ਗਿਆ ਜੀ, ਤੁਹਾਨੂੰ ਤਾਂ ਡਿਪੋਰਟ ਕਰਨਾ। ਇਹ ਮਿਸ ਰਿਪਰੈਜ਼ੈਂਟੇਸ਼ਨ ਜਿਹੜੀ ਇਹਨਾਂ ਦੇ ਕੇਸ 'ਚ ਹੋਈ ਆ, ਇਹਦੀ ਐਗਜ਼ਾਮਪਲ ਦੇ ਕੇ ਥੋੜ੍ਹਾ ਸਮਝਾਇਓ ਵੀ ਇਹ ਹੁੰਦੀ ਕੀ ਸ਼ੈ ਇਹ। ਦੇਖੋ, ਸਭ ਤੋਂ ਪਹਿਲੀ ਗੱਲ ਹੈਗੀ ਮਿਸ ਰਿਪਰੈਜ਼ੈਂਟੇਸ਼ਨ ਜੋ ਇੱਕ ਇਮੀਗ੍ਰੇਸ਼ਨ ਕੈਨੇਡਾ ਨੇ ਬਣਾ ਰੱਖਿਆ ਹੈ ਐਕਟ ਦੇ ਅਕੋਰਡਿੰਗਲੀ ਕਿ ਅਗਰ ਤੁਸੀਂ ਕੋਈ ਐਪਲੀਕੇਸ਼ਨ ਸਬਮਿਟ ਕਰਦੇ ਹੋ, ਚਾਹੇ ਉਹ ਵਿਜ਼ਟਰ ਵੀਜ਼ਾ ਹੋਏ ਜਾਂ ਸਟੱਡੀ ਵੀਜ਼ਾ ਹੋਏ ਜਾਂ PR ਦੀ ਐਪਲੀਕੇਸ਼ਨ ਹੋਏ, ਤੁਸੀਂ ਆਪਣੇ ਵੱਲੋਂ ਟਰੂ ਇਨਫੋਰਮੇਸ਼ਨ ਦੇਣੀ ਹੈ। ਜੋ ਡਾਕੂਮੈਂਟ ਤੁਸੀਂ ਅਟੈਚ ਕਰਨੇ ਉਹ ਵੈਲਿਡ ਹੋਣੇ ਚਾਹੀਦੇ, ਵਧੀਆ ਹੋਣੇ ਚਾਹੀਦੇ ਤੇ ਕੋਈ ਫੇਕ ਡਾਕੂਮੈਂਟਸ ਨਹੀਂ ਹੋਣੇ ਚਾਹੀਦੇ। ਜਿੱਦਾਂ ਤੁਸੀਂ ਮੈਨੂੰ ਇਹਨਾਂ ਦੇ ਬਾਰੇ ਦੱਸਿਆ 700 ਸਟੂਡੈਂਟ ਹੈਗਾ, ਜੋ ਮੇਨ ਇਹਨਾਂ ਦਾ ਮੁੱਦਾ ਹੈਗਾ ਕਿ ਇਹਨਾਂ ਦੀ ਜੋ ਆਫਰ ਲੈਟਰ ਹੈ ਜਿਹਦੇ ਕਰਕੇ ਉਹ ਕੈਨੇਡਾ 'ਚ ਉਹਨਾਂ ਨੂੰ ਵੀਜ਼ਾ ਮਿਲਿਆ, ਉਹ ਫੇਕ ਹੈਗੀ। ਇਸ ਕਰਕੇ ਇਮੀਗ੍ਰੇਸ਼ਨ ਨੇ ਇਹਨੂੰ ਅੱਗੇ ਪ੍ਰੋਸੀਡ ਕਰਨੇ ਦੀ ਸਟਾਰਟ ਕੀਤਾ ਇਹਨੂੰ ਜੀ। ਇਹ ਪਰ ਇਹ ਆਫਰ ਲੈਟਰ ਜਦੋਂ ਮੰਨ ਲਓ ਸਟਾਰਟਿੰਗ ਦੇ ਵਿੱਚ ਇੱਕ ਫਸਟ ਸਟੇਜ ਹੈ ਤੇ ਮੈਨੂੰ ਇੱਕ ਆਫਰ ਲੈਟਰ ਆਈ, ਮੈਂ ਆਫਰ ਲੈਟਰ ਨਾਲ ਲਾ ਕੇ ਐਪਲੀਕੇਸ਼ਨ ਫਾਈਲ ਕੀਤੀ ਕਿ ਮੈਨੂੰ ਵੀਜ਼ਾ ਦੇ ਦਿਓ, ਉਸ ਸਟੇਜ 'ਤੇ ਨਹੀਂ ਚੈੱਕ ਹੋਈ ਹੋਊਗੀ? ਦੇਖੋ ਜੀ, ਹੋਇਆ ਕੀ ਹੈ ਕਿ ਇਹ ਜੋ ਇਨਵੈਸਟੀਗੇਸ਼ਨ ਹੈਗੀ ਆਫਟਰ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਨਵੈਸਟੀਗੇਸ਼ਨ ਦੇ ਬੇਸਿਸ ਤੇ ਇਹਨਾਂ ਨੇ ਕਿਹਾ ਹੈ ਕਿ 700 ਸਟੂਡੈਂਟ ਹੈਗੇ ਹੈ ਜੋ ਜਿੱਥੋਂ ਦੀ ਨਿਊਜ਼ ਹੈਗੀ ਕਹੀ ਜਾਂਦੀ ਹੈ ਕਿ ਇੱਕ ਹੀ ਏਜੰਟ ਨੇ ਇਹਨਾਂ ਨੂੰ ਆਫਰ ਲੈਟਰਸ ਪ੍ਰੋਵਾਈਡ ਕੀਤੀ ਹੈ ਤੇ ਇਸ ਕਰਕੇ ਉਹ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ। ਇਹ ਇਨਵੈਸਟੀਗੇਸ਼ਨ ਜਦ ਵੀ ਸਟਾਰਟ ਹੁੰਦੀ ਹੈ CBSA ਵਾਲੇ ਇਮੀਗ੍ਰੇਸ਼ਨ ਵਾਲੇ ਇਨਵੈਸਟੀਗੇਸ਼ਨ ਕਰਦੇ ਤੇ ਇਹਨਾਂ ਨੂੰ ਕਈ ਵਾਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਤੇ ਹੋਇਆ ਕੀ ਹੈ ਕਿ ਜਦ ਸਿੰਪਲ ਐਗਜ਼ਾਮਪਲ ਹੈ ਕਿ ਕਿਸੇ ਸਟੂਡੈਂਟ ਨੇ ਉਹ ਲੈਟਰ ਯੂਜ਼ ਕੀਤੀ, ਜਦ ਇਮੀਗ੍ਰੇਸ਼ਨ ਆਫਿਸਰ ਨੇ ਦੇਖਿਆ ਕਿ ਇਹਨੂੰ ਆਫਰ ਲੈਟਰ ਵੈਲਿਡ ਹੈਗੀ ਹੈ, ਉਹਨਾਂ ਨੇ ਉਹਨਾਂ ਨੂੰ ਵੀਜ਼ਾ ਦੇ ਦਿੱਤਾ। ਤੇ ਜਿੱਥੋਂ ਤੱਕ ਜਿੱਦਾਂ ਉਹ ਸਟੂਡੈਂਟ ਇੱਥੇ ਕੈਨੇਡਾ 'ਚ ਆਇਆ, ਉਸ ਤੋਂ ਬਾਅਦ ਉਹਨਾਂ ਨੂੰ ਇੰਸਟਰਕਸ਼ਨ ਮਿਲਦੀ ਹੈ ਕਿ ਤੁਸੀਂ ਹੁਣ ਦੂਜੇ ਕਾਲਜ ਐਡਮਿਸ਼ਨ ਲੈ ਲਓ, ਇਹ ਕਾਲਜ ਦੀ ਐਡਮਿਸ਼ਨ ਵੈਲਿਡ ਨਹੀਂ ਹੈਗੀ। ਉਹਨਾਂ ਨੇ ਕੀ ਕੀਤਾ, ਜੋ ਉਹਨਾਂ ਨੂੰ ਐਡਵਾਈਸ ਕੀਤੀ ਗਈ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੇ ਦੂਜੀ ਐਡਮਿਸ਼ਨ ਲੈ ਲਈ। ਕਈ ਸਟੂਡੈਂਟ ਜੋ ਹੈਗੇ ਹੈ ਇਹ 2017 ਤੋਂ ਲੈ ਕੇ 2019 ਤੱਕ ਚੱਲੀ ਆ ਰਿਹਾ ਇਹ ਜੋ ਹੈਗਾ, ਤੇ ਕਈ ਸਟੂਡੈਂਟ ਨੇ ਆਪਣੀ ਪੜ੍ਹਾਈ ਵੀ ਸਟਾਰਟ ਕੀਤੀ, ਕਈ ਹੁਣੇ ਪੜ੍ਹਾਈ ਕਰ ਰਹੇ, ਕਈਆਂ ਦੀ ਪੜ੍ਹਾਈ ਕੰਪਲੀਟ ਵੀ ਹੋ ਗਈ, ਕਈਆਂ ਨੇ ਵਰਕ ਪਰਮਿਟ ਤੇ ਹੈਗੇ, ਕਈ PR ਦੇ ਰਿਲੇਟਡ ਹੈਗੇ। ਪਰ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਕਿਉਂਕਿ ਦੇਖਿਆ ਜਾਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਪਹਿਲੀ ਵਾਰੀ ਕੈਨੇਡਾ ਆਏ ਕਿਸ ਬੇਸਿਸ ਤੇ ਆਏ ਸੀ,
ਤੁਸੀਂ ਬੇਸਿਸ ਤੇ ਆਏ ਸੀ ਸਟੱਡੀ ਬੇਸਿਸ ਤੇ, ਸਟੱਡੀ ਕਿਸ ਬੇਸਿਸ ਤੇ ਮਿਲੀ? ਉਸ ਲੈਟਰ ਦੇ ਬੇਸ ਤੇ। ਇਸ ਕਰਕੇ ਮਿਸਰਿਪਰੈਜ਼ੈਂਟੇਸ਼ਨ ਹੈ ਕਿ ਤੁਸੀਂ ਉਹ ਡਾਕੂਮੈਂਟ ਜੋ ਪ੍ਰੀਵੈਂਟ ਕੀਤਾ, ਅਗਰ ਉਹਨਾਂ ਨੂੰ ਪਤਾ ਹੁੰਦਾ ਫੇਕ ਡਾਕੂਮੈਂਟ ਹੁੰਦਾ ਤਾਂ ਉਹਨੂੰ ਕਦੇ ਵੀ ਕੈਨੇਡਾ ਦਾ ਵੀਜ਼ਾ ਨਹੀਂ ਮਿਲਣਾ ਸੀ। ਦਿਸ ਇਜ਼ ਅ ਮਿਸਰਿਪਰੈਜ਼ੈਂਟੇਸ਼ਨ, ਜੋ ਸਭ ਤੋਂ ਪਹਿਲੀ ਮੋਟੀ ਗੱਲ ਇਹ ਹੈਗੀ। ਅੱਛਾ ਚਲੋ, ਇਹ ਤਾਂ ਇੱਕ ਐਗਜ਼ਾਮਪਲ ਹੋ ਗਈ ਨਾ। ਹੁਣ ਜੇ ਮੰਨ ਲਓ ਵੀ ਇਸ ਕੇਸ ਤੋਂ ਬਿਨਾਂ ਵੀ, ਕਿਉਂਕਿ ਤੁਸੀਂ ਐਜ਼ ਏ ਲਾਅ ਫਰਮ, ਐਜ਼ ਏ ਲਾਇਰ, ਤੁਹਾਡੇ ਕੋਲੇ ਕਈ ਕੇਸ ਆਉਂਦੇ ਰਹਿੰਦੇ ਹੋਣਗੇ, ਹੋਰ ਕਿਸ ਤਰ੍ਹਾਂ ਦੀ ਮਿਸਰੀਪ੍ਰੈਜ਼ੈਂਟੇਸ਼ਨ ਤੁਹਾਡੇ ਧਿਆਨ 'ਚ ਹੈ ਕਿ ਵੀ ਇਸ ਤਰ੍ਹਾਂ ਦੀ ਵੀ ਹੋ ਜਾਂਦੀ ਆ, ਲੋਕ ਕਰ ਦਿੰਦੇ ਨੇ ਜਾਂ ਏਜੰਟ ਕਰ ਦਿੰਦਾ, ਜਾਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹ ਬੰਦਿਆਂ ਦੀ ਚੰਗੀ ਭਲੀ ਜ਼ਿੰਦਗੀ ਖਤਮ ਹੋ ਜਾਂਦੀ? ਕੋਈ ਐਗਜ਼ਾਮਪਲ ਹੈਗੀ ਤੁਹਾਡੇ ਕੋਲ? ਹਾਂਜੀ, ਸਭ ਤੋਂ ਕਾਮਨ ਐਗਜ਼ਾਮਪਲ ਹੈਗੀ ਹੈ, ਜਿੱਦਾਂ ਹੁਣ ਆਪਾਂ ਵਿਜ਼ਟਰ ਵੀਜ਼ਾ ਲਾਇਆ, ਠੀਕ ਹੈ, ਇੰਡੀਆ ਤੋਂ ਵਿਜ਼ਟਰ ਵੀਜ਼ਾ ਲਾਇਆ ਤੇ ਉਸ ਬੰਦੇ ਦੀ ਜਾਂ ਤਾਂ ਕਿਸੇ ਹੋਰ ਕੰਟਰੀ 'ਚ ਰਿਫਿਊਜ਼ਲ ਸੀ ਤੇ ਇਮੀਗ੍ਰੇਸ਼ਨ ਐਪਲੀਕੇਸ਼ਨ 'ਚ ਜਦ ਫਾਰਮ ਫਿਲ ਕੀਤਾ ਜਾਂਦਾ, ਉੱਥੇ ਇੱਕ ਸਪੈਸੀਫਿਕ ਕੁਐਸਚਨ ਹੈਗਾ ਕਿ ਕਦੇ ਤੁਸੀਂ ਕਿਸੇ ਕੰਟਰੀ ਦਾ ਰਿਫਿਊਜ਼ਲ ਆਇਆ ਹੈ ਨਹੀਂ। ਮੋਸਟਲੀ ਕਿਸੇ ਏਜੰਟ ਦੀ ਗਲਤੀ ਹੋ ਗਈ। ਕਈ ਵਾਰ ਕੀ ਹੁੰਦਾ ਹੈ ਕਿ ਆਥੋਰਾਈਜ਼ ਏਜੰਟ ਵੀ ਨਹੀਂ ਹੁੰਦਾ ਇੰਡੀਆ 'ਚ, ਰਾਈਟ? ਕਿਸੇ ਨੇ ਫਾਈਲ ਪ੍ਰਿਪੇਅਰ ਕੀਤੀ, ਉਹਨਾਂ ਕੋਲ ਘੱਟੋ ਘੱਟ ਵੀ 100 ਫਾਈਲਾਂ ਹੈਗੀਆਂ, ਉਹਨਾਂ ਨੇ ਫਾਈਲ ਕੀਤੀ, ਨੋ ਕਰਕੇ ਸਬਮਿਟ ਕਰਤੀ। ਹੁਣ ਜਦ ਨੋ ਕੀਤੀ, ਤੁਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਦੱਸਿਆ ਕਿ ਤੁਹਾਡਾ ਤਾਂ ਕੋਈ ਪ੍ਰੀਵੀਅਸ ਰਿਫਿਊਜ਼ਲ ਹੀ ਨਹੀਂ ਹੈਗੀ, ਠੀਕ ਹੈ। ਹੁਣ ਕੀ ਹੁੰਦਾ, ਜਦ ਤੁਹਾਡੇ ਕੋਲ ਮਿਸਰਿਪ੍ਰੈਜ਼ੈਂਟੇਸ਼ਨ ਆ ਗਈ, ਠੀਕ ਹੈ, ਆਫਿਸਰ ਦਾ ਪਹਿਲਾ ਕੰਮ ਹੁੰਦਾ ਪਹਿਲਾਂ ਚੈੱਕ ਕਰਨਾ ਕਿ ਮਿਸਰਿਪ੍ਰੈਜ਼ੈਂਟੇਸ਼ਨ ਕਿਸ ਬੇਸਿਸ ਤੇ, ਠੀਕ ਹੈ। ਫਿਰ ਦੂਜਾ ਕੰਮ ਜੋ ਹੁੰਦਾ ਹੈ, ਜੋ ਐਕਟ ਕਹਿੰਦਾ ਉਹਨਾਂ ਨੂੰ, ਇਹਨਾਂ ਨੇ ਚੈੱਕ ਕਰਨਾ ਹੈ ਕਿ ਜੋ ਮਿਸਰਿਪ੍ਰੈਜ਼ੈਂਟੇਸ਼ਨ ਹੋਣੀ ਚਾਹੀਦੀ ਉਹ ਮਟੀਰੀਅਲ ਹੋਣੀ ਚਾਹੀਦੀ, ਮਤਲਬ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ। ਹੁਣ ਸਿੰਪਲ ਐਗਜ਼ਾਮਪਲ ਹੈ, ਇੱਕ ਬੰਦੇ ਨੂੰ ਡਿਪੋਰਟ ਕੀਤਾ ਹੈ ਆਸਟ੍ਰੇਲੀਆ ਤੋਂ, ਠੀਕ ਹੈ, ਉੱਥੇ 5 ਸਾਲ ਰਹਿ ਕੇ ਆਇਆ, ਠੀਕ ਹੈ, ਵਿਜ਼ਟਰ ਵੀਜ਼ਾ ਲਾਤਾ ਹੈ, ਉਹ ਇਨਫੋਰਮੇਸ਼ਨ ਨਹੀਂ ਦੱਸੀ ਵੀ ਮੈਂ ਆਸਟ੍ਰੇਲੀਆ ਗਿਆ ਸੀ, ਹਾਂ ਮੈਂ ਡਿਪੋਰਟ ਵੀ ਹੋ ਰੱਖਿਆ, ਰਾਈਟ? ਹੁਣ ਇਮੀਗ੍ਰੇਸ਼ਨ ਆਫਿਸਰ ਅਗਰ ਡਿਪੋਰਟ ਉਹ ਇਨਫੋਰਮੇਸ਼ਨ ਦੱਸ ਦਿੰਦਾ, ਇਮੀਗ੍ਰੇਸ਼ਨ ਆਫਿਸਰ ਨੇ ਉਹਨੂੰ ਵੀਜ਼ਾ ਨਹੀਂ ਦੇਣਾ ਸੀ। ਕਿਉਂਕਿ ਜਦ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ, ਦੋ ਚੀਜ਼ਾਂ ਦੇਖੀ ਜਾਂਦੀ ਹੈ ਕਿ ਤੁਸੀਂ ਆ ਕਿਉਂ ਰਹੇ ਤੇ ਤੁਸੀਂ ਵਾਪਸ ਕਿਉਂ ਜਾਓਗੇ। ਅਗਰ ਤੁਸੀਂ ਕਿਸੇ ਕੰਟਰੀ 'ਚ ਨਾਨ ਕੰਪਲਾਇੰਸ ਕੀਤੀ ਹੈ, ਇਸ ਕਰਕੇ ਉਹਨਾਂ ਨੂੰ ਬਹੁਤ ਇੰਪੋਰਟੈਂਟ ਹੁੰਦਾ। ਤਾਂ ਦੂਜੀ ਗੱਲ ਹੋ ਗਈ ਮਟੀਰੀਅਲ ਮਿਸਰਿਪ੍ਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਤੀਜੀ ਇੰਪੋਰਟੈਂਟ ਗੱਲ ਹੈਗੀ, ਅਗਰ ਉਹ ਵੀਜ਼ਾ ਆਫਿਸਰ ਨੂੰ ਇਨਫੋਰਮੇਸ਼ਨ ਨਹੀਂ ਪਤਾ ਹੋ, ਜਿੱਦਾਂ ਇਸ ਕੇਸ 'ਚ ਸਿੰਪਲ ਐਗਜ਼ਾਮਪਲ ਸੀ, ਜਦ ਜਿਸ ਵੀਜ਼ਾ ਆਫਿਸਰ ਨੇ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਸੀ, ਉਹਨਾਂ ਨੂੰ ਨਹੀਂ ਪਤਾ ਸੀ ਫੇਕ ਲੈਟਰ ਹੈਗੀ ਤੇ ਉਹਨਾਂ ਨੇ ਆਣ ਦਿੱਤਾ ਇਹਨੂੰ। ਤੇ ਹੁਣ ਕੀ ਹੋ ਗਿਆ, ਉਹ ਫੇਕ ਲੈਟਰ ਕਰਕੇ ਉਹ ਇੱਥੇ ਆ ਗਏ। ਇਹ ਕੀ ਹੋ ਗਿਆ, ਜੋ ਐਕਟ ਦੇ ਅਕੋਰਡਿੰਗਲੀ ਜਸਟਿਸ ਨਹੀਂ ਹੋਈ ਹੈ, ਠੀਕ ਹੈ। ਇਹ ਤਿੰਨ ਚੀਜ਼ਾਂ ਮੇਨ ਮਿਸਰਿਪ੍ਰੈਜ਼ੈਂਟੇਸ਼ਨ 'ਚ ਹੁੰਦੀ ਹੈ ਕਿ ਪਹਿਲਾਂ ਮਿਸਰਿਪ੍ਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਡਾਇਰੈਕਟ ਹੋਏ ਇਨਡਾਇਰੈਕਟ ਹੋਏ। ਦੂਜੀ ਗੱਲ ਹੋਣੀ ਚਾਹੀਦੀ ਮਟੀਰੀਅਲ ਹੋਣੀ ਚਾਹੀਦੀ ਹੈ। ਤੀਜੀ ਗੱਲ ਹੋਣੀ ਚਾਹੀਦੀ ਉਸ ਮਿਸਰਿਪ੍ਰੈਜ਼ੈਂਟੇਸ਼ਨ ਕਰਕੇ ਅਗਰ ਆਫਿਸਰ ਨੂੰ ਨਹੀਂ ਪਤਾ ਚੱਲਾ ਤੇ ਜੋ ਐਕਟ ਹੈ ਉਹਦੇ ਅਕੋਰਡਿੰਗਲੀ ਕੋਈ ਗਲਤ ਕੰਮ ਹੋ ਗਿਆ। ਅੱਛਾ ਚਲੋ, ਮੰਨ ਲਓ ਮੈਂ ਤੁਹਾਡੀ ਗੱਲ ਮੈਨੂੰ ਸਮਝ ਆ ਗਈ ਵੀ ਕੋਈ ABC ਇਨਫੋਰਮੇਸ਼ਨ ਜਾਂ ਤੁਸੀਂ ਲੁਕਾਈ ਜਾਂ ਕੋਈ ਡਾਕੂਮੈਂਟ ਤੁਸੀਂ ਫੇਕ ਦੇ ਦਿੱਤਾ, ਉਹਦਾ ਕਰਕੇ ਤੁਸੀਂ ਮਿਸਰਿਪ੍ਰੈਜ਼ੈਂਟੇਸ਼ਨ ਦਿੱਤੀ ਤੇ ਤੁਹਾਨੂੰ ਕੱਲ੍ਹ ਨੂੰ ਕਾਨੂੰਨ ਨੇ ਘੇਰ ਲਿਆ, ਚਾਹੇ ਪਹਿਲਾਂ ਘੇਰ ਲਿਆ, ਚਾਹੇ ਜਿੱਦਾਂ ਹੁਣ ਇਹਨਾਂ ਜਵਾਕਾਂ ਦੇ ਕੇਸ ਹੋਇਆ ਵੀ ਕਈ ਸਾਲ ਬਾਅਦ ਤੁਸੀਂ ਕਾਬੂ ਆ ਗਏ। ਹੁਣ ਜੇ ਮੰਨ ਲਓ ਇਹੋ ਜਿਹੇ ਕੇਸ 'ਚ ਕਿਸੇ ਨਾਲ ਕੁਝ ਹੋ ਜਾਂਦਾ ਤੇ ਫਿਰ ਉਹਦੇ ਕੋਲੇ ਕੋਈ ਲੀਗਲ ਰਾਈਟ ਨਹੀਂ ਬਚਦਾ, ਕੁਝ ਹੁੰਦਾ? ਸਭ ਤੋਂ ਪਹਿਲਾ ਰਾਈਟ ਹੁੰਦਾ ਹੈ ਕਿ ਇਹ ਆਫਿਸਰ ਨੂੰ ਜਿੱਦਾਂ ਹੀ ਪਤਾ ਚੱਲੇ ਕਿ ਮਿਸਰਿਪ੍ਰੈਜ਼ੈਂਟੇਸ਼ਨ ਹੈਗੀ ਹੈ, ਉਹਨਾਂ ਨੂੰ ਪ੍ਰੋਸੀਜਰਲ ਫੇਅਰਨੈਸ ਲੈਟਰ ਭੇਜਦੇ। ਅੱਛਾ ਜੀ। ਉਹਨਾਂ ਨੂੰ ਇੱਕ ਚਾਂਸ ਦਿੰਦੇ ਆ ਕਿ ਤੁਸੀਂ ਦੱਸੋ ਕਿ ਸਾਨੂੰ ਪਤਾ ਚੱਲਿਆ ਕਿ ਤੁਹਾਡੇ ਅਗੇਂਸਟ ਸਾਨੂੰ ਇਹ ਇਨਫੋਰਮੇਸ਼ਨ ਹੈਗੀ ਹੈ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਸੀ ਵਿਜ਼ਟਰ ਵੀਜ਼ਾ ਵਾਲੇ ਕੇਸ 'ਚ, ਆਸਟ੍ਰੇਲੀਆ ਦਾ ਰਿਪਰੈਜ਼ੈਂਟੇਸ਼ਨ ਨਹੀਂ ਦੱਸੀ ਸੀ, ਉਹਦੇ 'ਚ ਇੱਕ ਲੈਟਰ ਆਏਗੀ, ਉਹਦੇ 'ਚ ਕਈ ਕੇਸਿਸ 'ਚ ਉਹਨਾਂ ਟਾਈਮ ਦਿੰਦਾ ਹੈ, ਕਈ ਹਫਤਾ ਦਿੰਦੇ, ਕਈ ਮਹੀਨਾ ਦੇ ਦਿੰਦੇ ਆ, ਉਹਦੇ ਵਿੱਚ ਤੁਹਾਨੂੰ ਰਿਪਲਾਈ ਕਰਨਾ ਹੁੰਦਾ। ਦੈਟਸ ਅ ਫਰਸਟ ਚਾਂਸ, ਠੀਕ ਹੈ। ਅਗਰ ਤੁਸੀਂ ਰਿਪਲਾਈ ਕੀਤਾ, ਆਫਿਸਰ ਸੈਟਿਸਫਾਈ ਨਹੀਂ ਹੋ, ਉਹਨਾਂ ਨੇ ਮਿਸਰਿਪਰੈਜ਼ੈਂਟੇਸ਼ਨ ਲਾਤੀ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਮਿਸਰਿਪਰੈਜ਼ੈਂਟੇਸ਼ਨ ਦੇ ਕੰਸੀਕੁਐਂਸਿਸ ਕੀ ਹੈਗੇ। ਸਭ ਤੋਂ ਮੇਨ ਕੰਸੀਕੁਐਂਸਿਸ ਹੈਗਾ, ਜੋ ਸਭ ਤੋਂ ਸਵੇਰ ਹੈਗਾ, 5 ਸਾਲ ਦਾ ਬੈਨ ਲਾ ਦਿੰਦੇ ਆ ਤੇ ਤੁਸੀਂ ਕੈਨੇਡਾ ਵਾਪਸ ਹੀ ਨਹੀਂ ਆ ਸਕਦੇ। ਇੱਕ ਵਾਰ 5 ਸਾਲ ਦਾ ਬੈਨ ਲੱਗ ਗਿਆ ਤਾਂ ਵੈਰੀ ਹਾਰਡ, ਬਿਕੋਜ਼ ਉਹ ਤੁਹਾਡੇ ਸਿਸਟਮ ਤੇ ਚੜ ਜਾਣਾ, ਠੀਕ ਹੈ। ਤੇ ਉਹ ਪ੍ਰੋਸੀਜਰਲ ਫੇਅਰਨੈਸ ਲੈਟਰ ਜਦ ਦੇਤੀ, ਅਗਰ ਇਮੈਜਿਨ ਕਰੋ ਤੁਹਾਡੇ ਆਫਿਸਰ ਨੇ ਫਿਰ ਵੀ 5 ਸਾਲ ਦਾ ਬੈਨ ਲਾ ਰੱਖਿਆ, ਤੁਹਾਡੇ ਕੋਲ ਸਟਿਲ ਫੈਡਰਲ ਕੋਰਟ ਜਾਣ ਦਾ ਚਾਂਸ ਹੁੰਦਾ ਹੈ ਅਪੀਲ ਕਰਨ ਵਾਸਤੇ, ਕਿਉਂਕਿ ਕੈਨੇਡਾ ਸਾਡਾ ਰੂਲ ਆਫ ਲਾਅ ਹੈਗਾ, ਇਸ ਕਰਕੇ ਤੁਸੀਂ ਅਪੀਲ ਵੀ ਕਰ ਸਕਦੇ ਹੋ। ਇਹ ਪਰਮਾਨੈਂਟ, ਇਹ ਹੈ ਵਿਜ਼ਟਰ ਵੀਜ਼ਾ ਜਾਂ ਟੈਂਪਰੇਰੀ ਵੀਜ਼ਾ ਵਾਲੇ ਨੇ, ਵਰਕ ਪਰਮਿਟ, ਟੈਂਪਰੇਰੀ ਸਟੱਡੀ ਵਾਲੇ। ਅਗਰ ਤੁਸੀਂ PR ਹੋ, PR ਵਾਸਤੇ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਹੈ ਤੁਹਾਡੇ ਕੋਲ। PR ਵਾਸਤੇ ਇੱਕ ਐਡੀਸ਼ਨਲ ਤੁਹਾਡੇ ਕੋਲ ਅਪੀਲ ਦੀ ਆਪਸ਼ਨ ਆਉਂਦੀ ਹੈ, ਉਹ ਹੁੰਦੀ ਹੈ ID, ਇਮੀਗ੍ਰੇਸ਼ਨ ਡਿਵੀਜ਼ਨ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਉਹ ਤੋਂ ਬਾਅਦ ਫੈਡਰਲ ਕੋਰਟ। ਤੁਹਾਡੇ ਕੋਲ ਚਾਂਸਸ ਜ਼ਿਆਦਾ ਹੁੰਦੇ ਤੇ ਹਰ ਡਿਫਰੈਂਟ ਕਿਸਮ ਦੀ ਮਿਸਰਿਪਰੈਜ਼ੈਂਟੇਸ਼ਨ ਹੁੰਦੀ ਹੈ। ਸੋ ਮਤਲਬ ਇਹ ਹੋ ਗਿਆ, ਜਿੰਨੇ ਕਿ ਮੈਨੂੰ ਗੱਲ ਸਮਝ ਆਈ ਹੈ ਵੀ ਜੇ ਤੁਹਾਡੇ ਉੱਥੇ ਅਜੇ ਵਿਜ਼ਟਰ ਦੇ ਤੌਰ ਤੇ ਜਾਂ ਵਰਕ ਪਰਮਿਟ ਦੇ ਉੱਪਰ ਅਜੇ ਐਪਲੀਕੇਸ਼ਨ ਲੱਗੀ ਹੋਈ ਆ, ਤੁਸੀਂ ਆਪਣੀ ਇਮੀਗ੍ਰੇਸ਼ਨ ਵਾਲੇ ਪਾਸੋਂ ਲੈਟਰਸ ਦਾ ਧਿਆਨ ਰੱਖੋ। ਜੇ ਉਹਦੇ ਵਿੱਚ ਉਹਨਾਂ ਨੇ ਕੁਝ ਪੁੱਛਿਆ ਵੀ ਯਾਰ ਫਲਾਣੇ ਡਾਕੂਮੈਂਟ ਦੀ ਕਲੈਰੀਫਿਕੇਸ਼ਨ ਦਿਓ, ਤੇ ਉਹ ਤੁਸੀਂ ਰਿਪਲਾਈ ਕਰੋ। ਵੀ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਕਹਾਣੀ ਵਿਗੜ ਸਕਦੀ। ਅੱਛਾ, ਇਹ ਤਾਂ ਤੁਸੀਂ ਮੈਨੂੰ ਦੱਸ ਦਿੱਤੀ ਕਹਾਣੀ ਵੀ ਉਹਦੇ ਕੋਲ ਲੀਗਲ ਰਾਈਟ ਹੈਗਾ, ਪਰ ਇੱਕ ਗੱਲ ਇਹ ਵੀ ਵਿੱਚ ਸੁਣਨ 'ਚ ਆਉਂਦੀ ਆ ਵੀ ਜਿੱਦਾਂ ਜੇ ਮੰਨ ਲਓ ਇਸ ਕੇਸ ਦੇ ਵਿੱਚ ਵੀ ਉਹ ਕਹਿੰਦੇ ਸੀ ਵੀ ਜਿਹੜਾ ਸਾਡਾ ਏਜੰਟ ਸੀ ਜੀ, ਅਸੀਂ ਤਾਂ ਬਣਾਇਆ ਸੀ, ਉਹਨੇ ਸਾਨੂੰ ਸਿੱਧਾ ਹੀ ਕਹਿ ਦਿੱਤਾ ਵੀ ਤੁਸੀਂ ਅਪਲਾਈ ਕੀਤਾ। ਇਹ ਵੀ ਕੋਈ ਫਰਕ ਹੁੰਦਾ ਵੀ ਜੇ ਕੋਈ ਆਥੋਰਾਈਜ਼ਡ ਏਜੰਟ ਹੋਵੇ, ਜੇ ਉਹਦੇ ਥਰੂ ਫਾਈਲ ਜਾਂਦੀ ਹੈ,
ਉਹਦੇ ਨਾਲ ਜਾਂ ਤੁਸੀਂ ਡਾਇਰੈਕਟ ਅਪਲਾਈ ਕਰਦੇ ਹੋ ਉਹਦੇ ਨਾਲ ਕੁਝ ਫਰਕ ਪੈਂਦਾ ਮਿਸ ਰਿਪਰੈਜ਼ੈਂਟੇਸ਼ਨ ਦੇ ਉੱਪਰ? ਹਾਂਜੀ, ਸਭ ਤੋਂ ਪਹਿਲਾਂ ਇਹ ਮੈਂ ਆਪਣੇ ਸਰੋਤਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜੋ ਇਮੀਗ੍ਰੇਸ਼ਨ ਐਕਟ ਦੇ ਅਕੋਰਡਿੰਗਲੀ ਇੱਕ ਲਾਇਰ, ਇੱਕ ਜੋ ਆਪਣਾ ਕੰਸਲਟੈਂਟ ਹੈਗੇ ਰਜਿਸਟਰਡ ਕੰਸਲਟੈਂਟ, ਉਹੀ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ। ਇੰਡੀਆ 'ਚ ਕੀ ਹੁੰਦਾ ਹੈ, ਉਹਨੂੰ ਕਹਿੰਦੇ ਹੈ ਫੈਂਟਮ ਜਾਂ ਗੋਸਟ ਕੰਸਲਟੈਂਟ। ਉਹ ਤੁਹਾਨੂੰ ਕੀ ਕਹਿਣਗੇ, ਉਹ ਕਹਿਣਗੇ ਓਕੇ ਅਸੀਂ ਤੁਹਾਡੀ ਐਪਲੀਕੇਸ਼ਨ ਤੁਹਾਡੇ ਅਕਾਊਂਟ 'ਚ ਲਾਵਾਂਗੇ। ਤੇ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਜੋ ਪਤਾ ਚੱਲਦਾ ਹੈ ਕਿ ਗੋਸਟ ਹੈਗਾ ਹੈ ਜਾਂ ਉਹ ਰਿਪਰੈਜ਼ੈਂਟੇਟਿਵ ਹੈਗਾ, ਉਹ ਕਦੇ ਵੀ ਤੁਹਾਨੂੰ ਯੂਜ਼ ਆਫ ਰਿਪਰੈਜ਼ੈਂਟੇਟਿਵ ਫਾਰਮ ਨਹੀਂ ਸਾਈਨ ਕਰਾਉਣਗੇ। ਠੀਕ ਹੈ, ਤੇ ਹੁੰਦਾ ਕੀ ਹੈ ਕਿ ਹੁਣ ਸਿੰਪਲ ਹੈਗਾ, ਅਗਰ ਇਮੀਗ੍ਰੇਸ਼ਨ ਨੂੰ ਲੱਗ ਰਿਹਾ ਹੈ ਕਿ ਤੁਸੀਂ ਐਪਲੀਕੇਸ਼ਨ ਸਬਮਿਟ ਕੀਤੀ ਹੈ ਤੇ ਤੁਸੀਂ ਸਾਰਾ ਕੁਝ ਮਿਸਪ੍ਰੈਜ਼ੈਂਟ ਕੀਤਾ ਹੈ। ਅਗਰ ਤੁਹਾਡਾ ਏਜੰਟ ਹੈਗਾ ਜਾਂ ਤੁਹਾਡਾ ਲਾਇਰ ਹੈਗਾ, ਅਗਰ ਉਹਨੇ ਸਬਮਿਸ਼ਨ ਕੀਤੀ ਹੈ ਤੇ ਐਟਲੀਸਟ ਡਿਪੈਂਡਿੰਗ ਅਪੋਨ ਤੁਸੀਂ ਉਹਨੂੰ ਦੱਸਿਆ ਸੀ ਕਿ ਨਹੀਂ ਦੱਸਿਆ ਸੀ। ਮੇਰੇ ਕੋਲ ਕਈ ਇਹੋ ਜਿਹੇ ਕੇਸਿਸ ਹੈਗੇ ਜਿਹਦੇ 'ਚ ਕਲਾਇੰਟ ਨੇ ਆਪਣੇ ਏਜੰਟ ਨੂੰ ਐਕਸਪਲੇਨ ਕੀਤਾ ਸਾਰਾ ਕੁਝ ਕਿ ਮੇਰਾ ਇਹ ਸਰਕਮਸਟੈਂਸਸ ਹੈ ਐਂਡ ਏਜੰਟ ਨੇ ਅੱਗੇ ਸਬਮਿਟ ਨਹੀਂ ਕੀਤਾ। ਬੜੀ ਨੈਰੋ ਜੀ ਐਕਸੈਪਸ਼ਨ ਹੁੰਦੀ ਹੈ ਕਿਉਂਕਿ ਇਮੀਗ੍ਰੇਸ਼ਨ ਜੋ ਐਕਟ ਹੈਗਾ ਬਹੁਤ ਬਰਾਡ ਹੈਗਾ। ਉਹ ਕਹਿੰਦਾ ਹੈ ਕਿ ਮਿਸਰਿਪਰੈਜ਼ੈਂਟੇਸ਼ਨ ਚਾਹੇ ਤੁਸੀਂ ਤੁਹਾਨੂੰ ਪਤਾ ਹੋਏ ਨਾ ਪਤਾ ਹੋਏ ਤੁਸੀਂ ਕੀਤੀ ਹੈ, ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਸ ਕਰਕੇ ਜੋ ਤੁਹਾਡਾ ਕੁਐਸਚਨ ਹੈਗਾ ਉਹਦਾ ਸਿੰਪਲ ਆਨਸਰ ਹੈਗਾ, ਸਭ ਤੋਂ ਪਹਿਲਾਂ ਜ਼ਰੂਰ ਦੇਖੀਏ ਕਿ ਤੁਹਾਡਾ ਏਜੰਟ ਕਿਹੋ ਜਿਹਾ ਹੈਗਾ, ਉਹ ਆਥੋਰਾਈਜ਼ ਹੈਗਾ ਕਿ ਨਹੀਂ ਹੈਗਾ। ਦੂਜੀ ਗੱਲ ਹੈਗੀ ਅਗਰ ਤੁਹਾਨੂੰ ਕਹਿਣ ਕਿ ਨਹੀਂ ਤੁਹਾਡੇ ਅਕਾਊਂਟ ਤੋਂ ਬਣਾਵਾਂਗੇ, ਕਦੇ ਫਾਈਲ ਨਹੀਂ ਲਾਵਾਂਗੇ, ਡਬਲ ਚੈੱਕ ਕਰੋ ਕਿਉਂਕਿ ਹੁੰਦਾ ਕੀ ਹੈ ਕਿ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਫਾਰਮ ਤੁਸੀਂ ਭਰਿਆ। ਅਗਰ ਤੁਹਾਡਾ ਏਜੰਟ ਆਥੋਰਾਈਜ਼ ਨਹੀਂ ਹੈਗਾ ਤਾਂ ਦੈਟ ਮੀਨ ਤੁਸੀਂ ਸਾਰੇ ਫਾਰਮ ਡਾਕੂਮੈਂਟ ਤੁਸੀਂ ਭਰੇ। ਸੋ ਇਹ ਗੱਲਾਂ ਬੜੀਆਂ ਨੋਟ ਕਰਨ ਵਾਲੀਆਂ ਨੇ ਜੀ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਜੇ ਤੁਸੀਂ ਫਾਈਲ ਕਿਸੇ ਅਨਆਥੋਰਾਈਜ਼ਡ ਕੰਸਲਟੈਂਟ ਕੋਲੋਂ ਲਵਾ ਰਹੇ ਹੋ, ਕੋਈ ਗੋਸਟ ਕੰਸਲਟੈਂਟ ਜਿੱਦਾਂ ਮਨਦੀਪ ਜੀ ਨੇ ਸ਼ਬਦ ਵਰਤਿਆ, ਤੇ ਫਿਰ ਇਹ ਹੋ ਸਕਦਾ ਵੀ ਡਾਕੂਮੈਂਟ ਤੁਸੀਂ ਭਾਵੇਂ ਆਪਣੇ ਵੱਲੋਂ ਸਹੀ ਦਿੱਤੇ ਨੇ, ਗਲਤੀ ਉਹਨੇ ਕੋਈ ਕਰ ਦਿੱਤੀ, ਨਾ ਤੁਹਾਡਾ ਲੱਗ ਗਿਆ, ਤੇ ਉਹਦੇ ਜੋ ਵੀ ਨਤੀਜੇ ਹੋਣਗੇ ਤੁਹਾਨੂੰ ਭੁਗਤਣੇ ਪੈਣਗੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਿਆ ਜਾਵੇ ਜਦੋਂ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰਦੇ ਹੋ, ਚਾਹੇ ਕਿਸੇ ਵੀ ਵੀਜ਼ੇ ਦੇ ਲਈ। ਮਨਦੀਪ ਜੀ ਇੱਕ ਗੱਲ ਇਹ ਵੀ ਦੱਸੋ ਕਿ ਵੀ ਜੇ ਮੰਨ ਲਓ ਬੰਦਾ ਕੈਨੇਡਾ ਆ ਗਿਆ, ਕਈ ਸਾਲ ਇੱਥੇ ਰਹਿ ਰਿਹਾ, ਉਸ ਤੋਂ ਬਾਅਦ ਉਹਦੀ PR ਵੀ ਹੋ ਗਈ, ਤੁਸੀਂ ਇੱਕ ਸ਼ਬਦ ਇਸ ਤੋਂ ਪਹਿਲਾਂ ਵਰਤਿਆ ਸੀ ਵੀ ਜੇ ਕੋਈ PR ਹੈ ਤੇ ਉਹਦੇ ਲਈ ਡਿਫਰੈਂਟ ਤਰੀਕੇ ਨੇ। ਹੁਣ ਗੱਲ ਹੈ ਜਦੋਂ ਬੰਦਾ PR ਸੋਚਦਾ ਵੀ ਉਹ ਪਰਮਾਨੈਂਟ ਰੈਜ਼ੀਡੈਂਟ ਹੋ ਗਿਆ ਕੈਨੇਡਾ ਦਾ, ਉਸ ਤੋਂ ਬਾਅਦ ਵੀ ਉਹਨੂੰ ਡਿਪੋਰਟ ਕੀਤਾ ਜਾ ਸਕਦਾ? ਦੇਖੋ ਜੀ, ਅਗਰ ਤੁਸੀਂ ਪਰਮਾਨੈਂਟ ਰੈਜ਼ੀਡੈਂਟਸ ਹੋ ਗਏ, ਹਾਂਜੀ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ। ਤੇ ਡਿਪੋਰਟ ਕਰਨ ਦੇ ਜੋ ਰਾਈਟ ਵਰਡ ਮੈਂ ਯੂਜ਼ ਕਰ ਰਿਹਾ ਸੀ, ਇਨਐਡਮਿਸਿਬਲ ਹੋ ਜਾਂਦੇ। ਜਦ ਤੁਸੀਂ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਇਨਐਡਮਿਸਿਬਲ ਹੋ ਗਏ ਕੈਨੇਡਾ ਦੇ, ਤੁਹਾਨੂੰ ਉਹ ਡਿਪੋਰਟੇਸ਼ਨ ਦੀ ਪ੍ਰੋਸੈਸ ਸਟਾਰਟ ਕਰ ਸਕਦੇ। ਅੱਛਾ ਜੀ। ਇਹ ਇਨਐਡਮਿਸਿਬਿਲਿਟੀ ਜਿੱਦਾਂ ਆਪਾਂ ਪਿਛਲੇ ਪਾਰਟ 'ਚ ਡਿਸਕਸ ਕੀਤਾ ਸੀ ਕਿ ਮਿਸਰਿਪਰੈਜ਼ੈਂਟੇਸ਼ਨ ਕਰਕੇ ਵੀ ਲੱਗ ਜਾਂਦੀ ਹੈ। ਦੂਜੇ ਜੋ ਜਦ ਤੁਸੀਂ PR ਹੋ ਗਏ, ਅਗਰ ਇਮੈਜਿਨ ਕਰੋਗੇ ਜੋ ਤੁਸੀਂ PR ਲਈ ਸੀ ਉਹ ਫਰਾਡ ਡਾਕੂਮੈਂਟਸ ਤੋਂ ਲਈ ਸੀ। ਠੀਕ ਹੈ, ਉਹ ਬਾਅਦ ਦੇ ਵਿੱਚ ਹਾਂਜੀ ਬਾਅਦ 'ਚ ਅਗਰ ਬਾਅਦ 'ਚ ਉਹਨਾਂ ਨੂੰ ਫਾਈਂਡ ਆਊਟ ਹੁੰਦਾ ਤੇ CBSA ਵਾਲੇ ਇਨਵੈਸਟੀਗੇਸ਼ਨ ਕਰ ਸਕਦੇ, IRCC ਵਾਲੇ ਇਨਵੈਸਟੀਗੇਟ ਕਰ ਸਕਦੇ ਐਂਡ ਡਿਪੋਰਟੇਸ਼ਨ ਦੀ ਪ੍ਰੋਸੀਡਿੰਗ ਸਟਾਰਟ ਕਰਦੇ। ਡਿਪੋਰਟੇਸ਼ਨ ਲਾਸਟ ਸਟੈਪ ਹੁੰਦਾ ਪਰ ਡਿਪੋਰਟੇਸ਼ਨ ਤੋਂ ਪਹਿਲਾਂ ਇੱਕ ਪਰਸਨ ਨੂੰ ਇਨਐਡਮਿਸਿਬਲ ਬਣਾਉਣਾ ਪੈਂਦਾ। ਇਹ ਜਿਹੜਾ ਤੁਸੀਂ ਸ਼ਬਦ ਵਰਤ ਰਹੇ ਹੋ ਇਨਐਡਮਿਸਿਬਲ, ਇਹ ਕਿਹੜੇ ਕਾਰਨਾਂ ਕਰਕੇ ਹੁੰਦਾ? ਇਹ ਵੀ ਥੋੜ੍ਹੇ ਦੱਸੋ ਵੀ ਚਲੋ ਇੱਕ ਤਾਂ ਹੋ ਗਿਆ ਵੀ ਕੋਈ ਕਾਗਜ਼ਾਂ ਦੀ ਗੱਲਬਾਤ ਸੀ, ਇਸ ਤੋਂ ਬਿਨਾਂ ਇਨਐਡਮਿਸਿਬਿਲਿਟੀ ਦੇ ਅਗਰ ਸਭ ਤੋਂ ਪਹਿਲੀ ਹੈਗੀ ਕੋਈ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੋਏ ਜੀ। ਦੂਜੀ ਗੱਲ ਹੈਗੀ ਹੈ ਕਿ ਕ੍ਰਿਮੀਨੈਲਿਟੀ ਹੋਏ, ਸੀਰੀਅਸ ਕ੍ਰਿਮੀਨੈਲਿਟੀ। ਠੀਕ ਹੈ, ਮਤਲਬ ਵੀ ਕੋਈ ਕਿਸੇ ਦਾ ਕੋਈ ਕਤਲ ਕਰਤਾ, ਕੋਈ ਮਰਡਰ ਕਰਤਾ, ਕੁਛ ਇੱਦਾਂ ਦੀ? ਹਾਂਜੀ, ਮਤਲਬ ਸੀਰੀਅਸ ਮੈਟਰ ਹੋਏ। ਈਵਨ ਉਹਨੇ ਰੀਸੈਂਟਲੀ ਕ੍ਰਿਮੀਨਲ ਲਾਅ ਦੇ ਅਕੋਰਡਿੰਗਲੀ ਕੈਨੇਡਾ 'ਚ ਡਰਿੰਕ ਐਂਡ ਡਰਾਈਵਿੰਗ ਵੀ ਉਸਦੇ ਅੰਦਰ ਆ ਗਿਆ। ਅਗਰ ਤੁਸੀਂ ਪਰਮਨੈਂਟ ਰੈਜ਼ੀਡੈਂਸ ਹੋ ਤੇ ਤੁਹਾਡੇ ਤੇ ਡਰਿੰਕ ਐਂਡ ਡਰਾਈਵਿੰਗ ਦੇ ਚਾਰजेस ਹੈ, ਮੇਰੀ ਰਿਕਮੈਂਡੇਸ਼ਨ ਹੋਏਗੀ ਕਿ ਤੁਸੀਂ ਇੱਕ ਵਧੀਆ ਕ੍ਰਿਮੀਨਲ ਲਾਇਰ ਨੂੰ ਰਿਟੇਨ ਕਰੋ ਤਾਂ ਕਿ ਉਹ ਅਸਿਸਟ ਕਰ ਸਕੇ। ਕਿਉਂਕਿ ਅਗਰ ਤੁਹਾਨੂੰ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਹ ਪਲੀ ਕਰ ਲੈਂਦੇ, ਗਿਲਟੀ ਪਲੀ ਕਰ ਦਿੰਦੇ, ਬਟ ਇਹਦੇ ਇਮੀਗ੍ਰੇਸ਼ਨ ਕੰਸੀਕੁਐਂਸਿਸ ਵੀ ਹੈ ਬਿਕੋਜ਼ ਤੁਸੀਂ ਇਨਐਡਮਿਸਿਬਲ ਬਣ ਜਾਂਦੇ ਹੋ ਸੀਰੀਅਸ ਕ੍ਰਿਮੀਨੈਲਿਟੀ ਦੇ ਅਕੋਰਡਿੰਗਲੀ। ਓਕੇ, ਵੀ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਈ, ਹਾਂਜੀ, ਐਂਡ ਤੁਹਾਡੇ ਉਸ ਕੇਸ ਦੇ ਵਿੱਚ ਜੇ ਪ੍ਰੋਸੀਡਿੰਗਸ ਚੱਲਦੀਆਂ ਰਹੀਆਂ ਤੇ ਤੁਹਾਨੂੰ ਚੱਕ ਕੇ ਬਾਹਰ ਮਾਰਨਗੇ ਉਹ? ਪ੍ਰੋਸੀਡਿੰਗ ਚੱਲਦੀ ਰਹੇ ਤੇ ਜੱਜ ਕਈ ਵਾਰ ਕੀ ਹੁੰਦਾ ਹੈ ਕਿ ਕਈ ਵਾਰੀ ਲੋਕਾਂ ਨੇ ਰਿਪਰੈਜ਼ੈਂਟੇਸ਼ਨ ਨਹੀਂ ਲਈ ਹੁੰਦੀ ਜਾਂ ਉਹਨਾਂ ਕੋਲ ਲਾਇਰ ਨਹੀਂ ਹੁੰਦਾ, ਉਹ ਜਾ ਕੇ ਗਿਲਟੀ ਪਲੀ ਕਰ ਲੈਂਦੇ, ਕਹਿੰਦੇ ਕਿ ਹਾਂ ਮੇਰੀ ਗਲਤੀ ਹੈ ਜੀ। ਕੋਰਟ 'ਚ ਜਾ ਕੇ ਉਹਨਾਂ ਨੇ ਗਲਤੀ ਮੰਨ ਲਈ, ਗਲਤੀ ਤਾਂ ਮੰਨ ਗਈ ਉਹਨਾਂ ਨੇ। ਜੋ ਇੱਥੇ ਕੈਨੇਡਾ ਦੇ ਲਾਅ ਦੇ ਅਕੋਰਡਿੰਗਲੀ ਤੁਹਾਨੂੰ 1 ਸਾਲ ਦਾ ਉਹਨਾਂ ਨੇ ਡਰਾਈਵਿੰਗ ਪ੍ਰੋਬੇਸ਼ਨ ਦੇ ਦੇਣਾ, 2-4 ਹੋਰ ਚੀਜ਼ਾਂ ਹੈਗੀ ਉਹ ਕਰਦਾ, ਬਟ ਸੀਰੀਅਸ ਕੰਸੀਕੁਐਂਸਿਸ ਇਮੀਗ੍ਰੇਸ਼ਨ ਦੇ ਆਣੇ ਕਿਉਂਕਿ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਤੁਸੀਂ ਇਨਐਡਮਿਸਿਬਲ ਹੋ ਗਏ ਤੇ ਤੁਹਾਨੂੰ ਡਿਪੋਰਟ ਵੀ ਕਰ ਸਕਦੇ। ਹਾਂਜੀ, ਤੇ ਬਹੁਤ ਲੋਕਾਂ ਨੂੰ ਪਤਾ ਨਹੀਂ, ਇਸ ਕਰਕੇ ਬਹੁਤ ਇੰਪੋਰਟੈਂਟ ਹੈ ਕੋਈ ਵੀ ਕ੍ਰਿਮੀਨਲ ਚਾਰजेस ਹੋ ਤੁਹਾਡੇ ਕੋਲ ਕ੍ਰਿਮੀਨਲ ਲਾਇਰ ਤੇ ਇਮੀਗ੍ਰੇਸ਼ਨ ਲਾਇਰ ਦੀ ਟੀਮ ਹੋਣੀ ਚਾਹੀਦੀ ਹੈ ਜੋ ਤੁਹਾਡੀ ਅਸਿਸਟੈਂਸ ਕਰ ਸਕੇ ਇਸ ਚੀਜ਼। ਸੋ ਇਹ ਗੱਲ ਨੋਟ ਕਰਿਓ ਜੀ। ਆਪਾਂ ਜਦੋਂ ਕਈ ਵਾਰ ਮੈਂ ਬੇਨਤੀ ਕਰਾਂ ਖਾਸ ਕਰਕੇ ਆਪਣੇ ਭਾਈਚਾਰੇ ਜਿੱਦਣ ਆਪਾਂ ਲੱਗਦਾ ਲਾ ਪੇ PR ਹੋ ਗਈ,
ਉਹ ਪੀਆਰ ਹੋ ਗਈ ਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਨੂੰ ਕੋਈ ਪੱਕਾ ਹੀ ਰੱਖ ਲੈਣਾ, ਅਗਲੇ ਜਦੋਂ ਮਰਜ਼ੀ ਮੋੜ ਸਕਦੇ ਇਦਾਂ ਹੀ। ਹਾਂਜੀ, ਅਗਰ ਤੁਸੀਂ ਪੀਆਰ ਦਾ ਮਤਲਬ ਹੈਗਾ ਜਿੱਦਾਂ ਕਹਿੰਦੇ ਕਿ ਪੀਆਰ ਇਜ਼ ਉਹ ਵੀ ਤਾਂ ਉਹਨਾਂ ਨੇ ਦਿੱਤੀ ਆ ਪੀਆਰ, ਜਦੋਂ ਮਰਜ਼ੀ ਲੈ ਲੈਣ ਵਾਪਸ ਸਕਦੇ। ਹਾਂਜੀ ਹਾਂਜੀ, ਅੰਟਿਲ ਯੂ ਆਰ ਸਿਟੀਜ਼ਨ। ਪਰ ਜੇ ਮੰਨ ਲਓ ਕਿ ਵੀ ਜੇ ਇਹ ਪਹਿਲਾਂ ਤੁਸੀਂ ਮੈਨੂੰ ਕਾਗਜ਼ਾਂ ਵਾਲੀ ਗੱਲ ਸਮਝਾਓ ਵੀ ਇੱਕ ਬੰਦਾ ਪੀਆਰ ਹੋਇਆ ਉਦੋਂ ਉਹਦੀ ਸਾਰੀ ਬੈਕਗਰਾਊਂਡ ਚੈੱਕ ਉਹ ਸਾਰਾ ਕੁਝ ਚੈੱਕ ਹੋਇਆ, ਫਿਰ ਦੁਬਾਰਾ ਉਹਦੇ ਕਾਗਜ਼ ਕਦੋਂ ਕੱਢਦੀ ਹੈ ਇਮੀਗ੍ਰੇਸ਼ਨ ਕੇ ਵੀ ਉਹ ਦੁਬਾਰਾ ਚੈੱਕ ਕਰੀਏ? ਬਹੁਤ ਵਧੀਆ ਕੁਐਸਚਨ ਹੈ ਜੀ। ਦੇਖੋ ਜੀ, ਜਦ ਵੀ ਤੁਸੀਂ ਇਮੀਗ੍ਰੇਸ਼ਨ ਨਾਲ ਇੰਟਰੈਕਟ ਕਰਨਾ ਹੈ, ਤੁਸੀਂ ਜਦ ਪਹਿਲਾਂ ਪੀਆਰ ਆਏ 5 ਸਾਲ ਤੋਂ ਬਾਅਦ ਪੀਆਰ ਲੈਣੀ ਹੈ, ਐਕਸਟੈਂਡ ਕਰਾਣੀ ਹੈ, ਜਾਂ ਤੁਸੀਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਲਾਣੀ ਹੈ। ਜਦ ਤੁਸੀਂ ਇੰਟਰੈਕਟ ਕਰੋਗੇ ਇਮੀਗ੍ਰੇਸ਼ਨ ਨਾਲ ਤੇ ਫਿਰ ਉਹਨਾਂ ਕੋਲ ਇਹ ਸਾਰਾ ਇਨਫੋਰਮੇਸ਼ਨ ਉਹ ਦੁਬਾਰਾ ਚੈੱਕ ਕਰਨਗੇ ਕਰ ਸਕਦੇ। ਇੱਕ ਹੋਰ ਚੀਜ਼ ਮੈਂ ਦੱਸਣਾ ਚਾਹਾਂਗਾ, ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ, ਅਗਰ ਤੁਸੀਂ ਕਦੇ ਵਿਜ਼ਟਰ ਵੀਜ਼ਾ ਵੀ ਮਿਲਿਆ ਹੋਏ ਉਸ ਤੋਂ ਬਾਅਦ ਤੁਸੀਂ ਪੀਆਰ ਵੀ ਹੋ ਗਏ ਹੋ, ਈਵਨ ਸਿਟੀਜ਼ਨ ਹੋ ਗਏ ਹੋ, ਤੁਹਾਡਾ UCI ਨੰਬਰ ਸੇਮ ਰਹਿੰਦਾ ਹੈ। ਦੈਟ ਮੀਨ ਇਮੀਗ੍ਰੇਸ਼ਨ ਕੈਨੇਡਾ ਕੈਨ ਟਰੈਕ ਯੂ ਫਰਮ ਦ ਡੇ ਯੂ ਪਹਿਲੀ ਵਾਰੀ ਤੁਸੀਂ ਐਪਲੀਕੇਸ਼ਨ ਲਾਈ ਸੀ, ਤੇ ਇਹਨਾਂ ਕੋਲ ਸਿਸਟਮ ਸਾਰਾ ਕੁਝ ਹੁੰਦਾ, ਸਾਰਾ ਕੁਝ ਰੈਕਰਡ 'ਚ ਹੁੰਦਾ। ਮਤਲਬ ਇਹ ਕੋਈ ਬੰਦਾ ਇਹ ਨਾ ਆਖੇ ਵੀ ਹੁਣ ਮੈਂ ਸਿਟੀਜ਼ਨ ਹੋ ਗਿਆ, ਜੇ ਬੰਦਾ ਸਿਟੀਜ਼ਨ ਹੋ ਜੇ ਫੇਰ ਤਾਂ ਨਹੀਂ ਕੱਢਦੇ। ਇੱਕ ਚਾਂਸ ਹੋਇਆ ਸੀ ਅੱਜ ਤੋਂ ਮੈਨੂੰ ਕਹਿ ਸਕਦੇ 2006 to 8 ਦੇ ਵਿੱਚ। ਅੱਛਾ ਜੀ, ਇਹ ਬਹੁਤ ਪੁਰਾਣੀ ਗੱਲ ਹੈਗੀ ਹੈ। ਉਹਦੇ 'ਚ ਇਹਨਾਂ ਨੇ ਸਿਟੀਜ਼ਨਸ਼ਿਪ ਨੂੰ ਵੀ ਇਹਨਾਂ ਨੇ ਸਟਾਰਟ ਕੀਤਾ ਸੀ, ਟਾਰਗੇਟ ਕੀਤਾ ਸੀ, ਕਿਉਂਕਿ ਉਹਨਾਂ ਦੇ ਡੇਜ਼ ਪੂਰੇ ਨਹੀਂ ਹੁੰਦੇ। ਅਗਰ ਤੁਹਾਨੂੰ ਪਤਾ ਹੋਏਗਾ ਇਸ ਕੈਨੇਡਾ ਦੀ ਸਿਟੀਜ਼ਨਸ਼ਿਪ ਲਾਣੀ ਪੈਂਦੀ ਹੈ ਤੁਹਾਨੂੰ 3 ਸਾਲ, ਜਾਂ ਤੁਸੀਂ ਪੀਆਰ ਹੋ ਕੇ ਆਇਆ ਤਾਂ 2 ਸਾਲ। ਉਹ ਕਈ ਕੇਸਿਸ 'ਚ ਉਹਨਾਂ ਨੇ ਉਹੀ ਫਰਾਡ ਕੀਤਾ ਸੀ। ਅੱਛਾ ਜੀ, ਫਿਰ ਡੇਜ਼ ਦਾ ਕਪਲਾ ਕੀਤਾ ਸੀ, ਕਪਲੇ ਨਹੀਂ ਸੀ, ਤੇ ਬਾਹਰੋਂ ਆ ਕੇ ਬਾਹਰ ਰਹਿ ਕੇ ਤੇ ਉਹਨਾਂ ਦੇ ਅਗੇਂਸਟ ਵੀ ਕੀਤੀ ਸੀ। ਬਹੁਤ ਪੁਰਾਣੀ ਗੱਲ ਹੈਗੀ ਹੈ, ਬਟ ਕੀਤੀ ਜਾ ਸਕਦੀ ਹੈ। ਬਿਲਕੁਲ ਸਹੀ। ਅੱਛਾ, ਆਪਾਂ ਹੁਣ ਦੁਬਾਰਾ ਆਈਏ ਪੀਆਰ। ਮੰਨ ਲਓ ਜੇ ਪੀਆਰ ਬੰਦਾ ਹੈ, ਉਹਦੇ ਤੇ ਇਨਐਡਮਿਸਿਬਿਲਿਟੀ ਦੀ ਕੋਈ ਗੱਲ ਚੱਲ ਪਈ, ਕੋਈ ਕੇਸ ਚੱਲ ਪਿਆ, ਕੋਈ ਮਿਸਰੀਪ੍ਰੈਜ਼ੈਂਟੇਸ਼ਨ ਦੀ ਗੱਲ ਚੱਲ ਪਈ, ਜਾਂ ਇੱਥੇ ਕੋਈ ਉਹਨੇ ਪੰਗਾ ਲੈ ਲਿਆ, ਉਹਦਾ ਕਰਕੇ ਡੈਪੂਟੇਸ਼ਨ ਤੱਕ ਗੱਲ ਪਹੁੰਚ ਗਈ, ਫਿਰ ਉਹਦੇ ਕੋਲੇ ਕੋਈ ਰਾਈਟਸ ਕਿਹੜੇ? ਸਭ ਤੋਂ ਪਹਿਲੀ ਗੱਲ ਹੈਗੀ ਹੈ, ਅਗਰ ਇਮੀਗ੍ਰੇਸ਼ਨ ਨੂੰ ਲੱਗਦਾ ਹੈ ਕਿ ਤੁਹਾਡੇ ਅਗੇਂਸਟ ਇਨਐਡਮਿਸਿਬਿਲਿਟੀ ਹੈਗੀ ਤਾਂ ਪ੍ਰੋਸੀਜਰਲ ਫੇਅਰਨੈਸ ਆਉਂਦੀ ਹੈ ਜੀ। ਦੂਜੇ ਕੇਸਿਸ 'ਚ ਹੁੰਦੀ ਹੈ ਕਿ ਤੁਹਾਡੇ ਕੋਲ ਰਾਈਟ ਹੁੰਦਾ ਹੈ। ਅਗਰ ਇਮੀਗ੍ਰੇਸ਼ਨ ਨੇ ਤੁਹਾਨੂੰ ਐਜ਼ ਪੀਆਰ ਹੋ, ਤੁਸੀਂ ਪੀਆਰ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਰਿਪੋਰਟ ਫਾਈਲ ਕਰਨੀ ਹੈ ਕਿ ਤੁਸੀਂ ਤੁਹਾਡੇ ਅਗੇਂਸਟ ਰਿਪੋਰਟ ਫਾਈਲ ਕਰ ਰਹੇ। ਰਿਪੋਰਟ ਉਹ ਇੱਕ ਵਿਜ਼ਿਟਰ ਨੂੰ ਵੀ ਫਾਈਲ ਕਰ ਸਕਦੇ, ਟੈਂਪਰੇਰੀ ਬੇਸਿਸ ਵਾਲਿਆਂ ਨੂੰ ਵੀ ਫਾਈਲ ਕਰ ਸਕਦੇ, ਪੀਆਰ ਬੇਸਿਸ ਵਾਲਿਆਂ ਨੂੰ ਵੀ ਫਾਈਲ ਕਰਦੇ। ਰਿਪੋਰਟ ਜਦ ਇੱਕ ਇਮੀਗ੍ਰੇਸ਼ਨ ਆਫਿਸਰ ਨੇ ਫਾਈਲ ਕਰਨੀ ਹੋ, ਉਸ ਤੋਂ ਬਾਅਦ ਇੱਕ ਡਿਫਰੈਂਟ ਇਮੀਗ੍ਰੇਸ਼ਨ ਆਫਿਸਰ ਨੇ ਤੁਹਾਨੂੰ ਰਿਵਿਊ ਕਰਨਾ ਹੈ। ਠੀਕ ਹੈ, ਉਹਨੂੰ ਕਹਿੰਦੇ ਮਿਨਿਸਟਰ ਡੈਲੀਗੇਟ। ਤੁਹਾਡੇ ਕੋਲ ਉਹਦੇ ਕੋਲ ਵੀ ਰਾਈਟ ਹੈਗਾ ਉਹਨੂੰ ਡਾਕੂਮੈਂਟ ਸਬਮਿਟ ਕਰਨ ਦੇ। ਡਿਪੈਂਡਿੰਗ ਅਪਨ ਕਿ ਤੁਸੀਂ ਵਿਜ਼ਿਟਰ ਹੋ, ਟੈਂਪਰੇਰੀ ਸਟੇਟਸ ਹੈ ਜਾਂ ਪੀਆਰ ਹੈਗਾ, ਦੈਨ ਤੁਹਾਡੇ ਕੋਲ ਡਿਫਰੈਂਟ ਰਾਈਟ ਹੁੰਦਾ ਹੈ। ਅਗਰ ਤੁਸੀਂ ਟੈਂਪਰੇਰੀ ਸਟੇਟਸ ਤੇ ਹੋ, ਤੁਹਾਡੇ ਕੋਲ ਰਾਈਟ ਹੈਗਾ ਸਿਰਫ ਅਪੀਲ ਦਾ। ਠੀਕ ਹੈ ਜੀ, ਠੀਕ ਹੈ। ਬਟ ਅਗਰ ਤੁਸੀਂ ਪਰਮਨੈਂਟ ਹੋ, ਤੁਹਾਡੇ ਕੋਲ ਇੱਕ ਐਡੀਸ਼ਨਲ ਰਾਈਟ ਹੋ ਜਾਂਦਾ, ਡਿਪੈਂਡਿੰਗ ਅਪਨ ਕਿਸ ਬੇਸਿਸ ਤੇ ਤੁਹਾਨੂੰ ਐਡਮਿਸਿਬਿਲਿਟੀ ਕਰਦੇ। ਇੱਕ ਐਡਮਿਸਿਬਿਲਿਟੀ ਆਪਾਂ ਭੁੱਲ ਗਏ, ਮੈਡੀਕਲ ਐਡਮਿਸਿਬਿਲਿਟੀ। ਤੁਹਾਨੂੰ ਪਤਾ ਹੋਣਾ ਕਿ ਕੋਈ ਵੀ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਜਾਂ ਕੋਈ ਵੀ ਵੀਜ਼ਾ ਹੁੰਦਾ ਮੈਡੀਕਲ ਕਰਾਉਂਦੇ, ਤੇ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਡੀਕਲ ਦਾ ਹੁੰਦਾ ਕੀ ਹੈਗਾ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ, ਕੈਨੇਡਾ ਨੇ ਨਾ ਸਰਟਨ ਡਿਸੀਜ਼ਸ ਨੂੰ ਕਹਿ ਰੱਖਿਆ ਹੈ ਕਿ ਇਹ ਇਨਐਡਮਿਸਿਬਲ ਕਰ ਸਕਦੇ। ਠੀਕ ਹੈ ਜੀ। ਮੇਨ ਰੂਲ ਆਫ ਥੰਬ ਹੈਗਾ ਕਿ ਜਿਸ ਬਿਮਾਰੀ ਨਾਲ ਕੈਨੇਡੀਅਨ ਹੈਲਥ ਕੇਅਰ ਨੂੰ $1 ਲੱਖ ਦਾ ਤੇ ਉੱਪਰ ਦਾ ਖਰਚਾ ਹੋਏਗਾ 5 ਸਾਲ 'ਚ, ਉਹ ਇਨਐਡਮਿਸਿਬਿਲਿਟੀ ਹੋ ਜਾਂਦੀ ਹੈ। ਠੀਕ ਹੈ। ਸਿੰਪਲ ਐਗਜ਼ਾਮਪਲ ਜੋ ਸਭ ਤੋਂ ਜ਼ਿਆਦਾ ਚੱਲਦੀ ਹੈ, ਟਿਊਬਰਕਲੋਸਿਸ ਹੋ ਗਏ, ਕਿਸੇ ਨੂੰ ਕਿਡਨੀ ਫੇਲੀਅਰ ਹੋ ਗਈ ਜਾਂ ਸੀਰੀਅਸ ਮੈਟਰ ਹੋ ਗਏ, ਉਸ ਕੇਸਿਸ 'ਚ ਇਮੀਗ੍ਰੇਸ਼ਨ ਕੈਨੇਡਾ ਤੁਹਾਨੂੰ ਮੈਡੀਕਲੀ ਇਨਐਡਮਿਸਿਬਲ ਕਰ ਸਕਦੀ ਹੈ, ਚਾਹੇ ਤੁਹਾਡਾ ਫੈਮਿਲੀ ਮੈਂਬਰ ਹੋਏ। ਸਿੰਪਲ ਐਗਜ਼ਾਮਪਲ ਹੈ, ਹਸਬੈਂਡ ਵਾਈਫ ਆ ਰਹੇ, ਹਸਬੈਂਡ ਨੂੰ ਕਿਸੇ ਰੀਜ਼ਨ ਕਰਕੇ ਮੈਡੀਕਲ ਇਨਐਡਮਿਸਿਬਿਲਿਟੀ ਆ ਗਈ, ਉਹ ਵਾਈਫ ਨੂੰ ਵੀ ਆਪਣੇ ਨਾਲ ਸਟਾਪ ਕਰ ਦੇਗਾ ਇੱਥੇ ਕੈਨੇਡਾ ਨੂੰ, ਕਿਉਂਕਿ ਉਹ ਦੋਨਾਂ ਨੂੰ ਇਨਐਡਮਿਸਿਬਿਲਿਟੀ ਲੱਗ ਜਾਂਦੀ ਹੈ। ਓਕੇ, ਤੇ ਇਹ ਤਾਂ ਪ੍ਰੋਸੈਸ ਉਦੋਂ ਚੱਲਣਾ ਨਾ ਜਦੋਂ ਅਜੇ ਉਹਨਾਂ ਨੇ ਆਉਣਾ ਹੀ ਹੈ। ਹਾਂਜੀ, ਪਰ ਜੇ ਮੰਨ ਲਓ ਵੀ ਉਹ ਪੀਆਰ ਪ੍ਰੋਸੈਸ 'ਚ ਨੇ, ਇੱਥੇ 3-4 ਸਾਲ ਰਹੇ, ਉਸ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦੀ ਮੈਡੀਕਲ ਕੰਡੀਸ਼ਨ ਆ ਗਈ, ਅੱਛਾ ਫਿਰ ਕੋਈ ਰੌਲਾ ਨਹੀਂ ਹੈਗਾ, ਉਹ ਆਉਣ ਤੋਂ ਪਹਿਲਾਂ। ਹਾਂਜੀ, ਉਹ ਆਉਣ ਤੋਂ ਪਹਿਲਾਂ ਇਨਐਡਮਿਸਿਬਿਲਿਟੀ। ਅੱਛਾ, ਚਲੋ ਇਹ ਗੱਲਾਂ ਤੁਸੀਂ ਨੋਟ ਕਰਿਓ ਜੀ। ਮੈਂ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਕਾਗਜ਼ਾਂ 'ਚ ਹੇਰਾ ਫੇਰੀ, ਉਸ ਤੋਂ ਬਾਅਦ ਜੇ ਪੀਆਰ ਲੈ ਲਈ ਤੇ ਪੀਆਰ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਵੀ ਹੁਣ ਆਪਾਂ ਨੂੰ ਕਿਸੇ ਨੇ ਛੇੜਨਾ ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਹੈ। ਇਮੀਗ੍ਰੇਸ਼ਨ ਆਪਾਂ ਨੂੰ ਡੇ 1 ਤੋਂ ਟਰੈਕ ਕਰਦਾ, ਜਿੱਦਾਂ ਕਿ ਮਨਦੀਪ ਜੀ ਨੇ ਦੱਸਿਆ। ਸੋ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੋ। ਇੱਕ ਆਪਾਂ ਹੁਣ ਕਰੰਟ ਅਪਡੇਟ ਦੇ ਉੱਪਰ ਜਾਣਾ, ਮੇਰਾ ਖਿਆਲ ਜਿਵੇਂ ਗਲਤ ਨਹੀਂ, H1B ਵੀਜ਼ਾ ਦੇ ਉੱਪਰ ਕੁਛ ਲੇਟੈਸਟ ਅਪਡੇਟ ਕੁਛ ਆਈ? ਹਾਂਜੀ, ਇਹ ਰੀਸੈਂਟਲੀ ਆਪਣੇ ਜੋ ਆਨਰੇਬਲ ਮਿਨਿਸਟਰ ਹੈਗੇ ਇਮੀਗ੍ਰੇਸ਼ਨ ਦੇ, ਉਹਨਾਂ ਨੇ ਟਿਊਜ਼ਡੇ ਹੁਣੇ ਰੀਸੈਂਟ ਅਨਾਊਂਸਮੈਂਟ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਕੋਲ H1B1 ਵੀਜ਼ਾ ਆਲਮੋਸਟ ਐਕਸਪਾਇਰਡ ਹੈਗੇ ਜਾਂ ਖਤਮ ਹੋਣ ਵਾਲੇ ਹੈ, ਉਹਨਾਂ ਵਾਸਤੇ ਇੱਕ ਨਿਊ ਪ੍ਰੋਗਰਾਮ ਇਹ ਲਾਂਚ ਕਰ ਰਹੇ। ਇਹ ਪ੍ਰੋਗਰਾਮ 19 ਜੁਲਾਈ ਤੋਂ ਸਟਾਰਟ ਹੋਣਾ, ਜਿਹਦੇ 'ਚ ਇਹਨਾਂ ਨੇ 10,000 ਦੀ ਸਟਾਰਟਿੰਗ ਇਨੀਸ਼ੀਅਲ ਸਪੌਟ ਲੈਣੀ ਹੈ। ਇਹ ਜੋ ਇਨਫੋਰਮੇਸ਼ਨ ਹੈ, ਬਿਕੋਜ਼ ਇਹ ਰੀਸੈਂਟਲੀ ਹੁਣੇ ਅਪਡੇਟ ਹੋਈ ਹੈ, ਤੇ ਇਹ ਜੋ ਇਨਫੋਰਮੇਸ਼ਨ ਹੋਏਗੀ ਇਹ ਸਲੋਲੀ ਅਵੇਲੇਬਲ ਹੋਏਗੀ, ਪਰ ਜਿੱਦਾਂ ਮੈਂ ਦੱਸਿਆ 2 ਦਿਨ ਪਹਿਲਾਂ ਇਹਦੀ ਅਨਾਊਂਸਮੈਂਟ ਹੋਈ ਹੈ ਇਸ ਬਾਰੇ।
ਪ੍ਰੋਗਰਾਮ ਤੇ। ਇਹਦਾ ਬੈਨੀਫਿਟ ਕਿਹੜੇ ਲੋਕਾਂ ਨੂੰ ਹੋ ਸਕਦਾ? ਇਹਦਾ ਤਾਂ ਬੈਨੀਫਿਟ ਹੁੰਦਾ ਹੈ ਜਿਨ੍ਹਾਂ ਦੇ ਕੋਲ IT ਬੈਕਗ੍ਰਾਉਂਡ ਹੈਗਾ ਤੇ US 'ਚ H1B1 ਵੀਜ਼ਾ ਤੇ ਹੈਗੇ ਇਸ ਟਾਈਮ ਤੇ, ਕਿਉਂਕਿ ਉੱਥੇ ਕੀ ਹੈਗਾ H1B1 ਵੀਜ਼ਾ ਹੈਗਾ ਹੈ ਕਲੋਜ਼ ਵਰਕ ਪਰਮਿਟ, ਦੈਟ ਮੀਨ ਤੁਸੀਂ ਇੱਕ ਇੰਪਲੋਇਰ ਨਾਲ ਕੰਮ ਕਰ ਸਕਦੇ। ਇੱਥੇ ਇਹਨਾਂ ਨੇ ਕੀ ਕਿਹਾ ਕਿ ਅਗਰ ਤੁਸੀਂ H1B1 ਵੀਜ਼ਾ ਤੇ ਹੋ ਤੇ ਤੁਹਾਡੀ ਫੈਮਿਲੀ ਤੇ ਤੁਹਾਨੂੰ ਵੀ ਵੀਜ਼ਾ ਦੇਵਾਂਗੇ ਤੇ 3 ਸਾਲ ਦਾ ਵੀਜ਼ਾ ਆਏਗਾ ਤੇ ਓਪਨ ਵਰਕ ਪਰਮਿਟ ਹੋਏਗਾ, ਠੀਕ ਹੈ। ਇਹ ਇਨੀਸ਼ੀਅਲ ਸਟੇਜਸ ਤੇ ਇਨਫੋਰਮੇਸ਼ਨ ਹੈਗੀ ਹੈ। ਨਾਲ ਨਾਲ ਇਹਨਾਂ ਨੇ ਇੱਕ ਹੋਰ ਆਪਣਾ ਸਟਾਰਟ ਕੀਤੀ ਹੈ, ਉਹਨੂੰ ਕਹਿੰਦੇ GTS LMI। ਇਹ ਜੋ ਟਾਰਗੇਟਡ ਇਨਫੋਰਮੇਸ਼ਨ ਦਿੱਤੀ ਹੈ ਮਿਨਿਸਟਰ ਨੇ, ਇਹ ਟੈਕ ਸੈਕਟਰ ਦੇ ਰਿਲੇਟਡ ਹੈ, ਕਿਉਂਕਿ ਇਮੀਗ੍ਰੇਸ਼ਨ ਆਪਣਾ ਕੈਨੇਡਾ ਆਪਣੇ ਅਸੈਸ ਕਰਦਾ ਰਹਿੰਦਾ, ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਕਿ ਜਿਤਨੇ IT ਦੇ ਇੰਪਲੋਈਜ਼ ਹੈਗੇ ਉਹਨਾਂ ਨੂੰ ਰਿਟੇਨ ਕਰਨ ਵਾਸਤੇ, ਬਿਕਾਜ਼ ਨਾਰਮਲ ਕੀ ਹੁੰਦਾ ਸੀ, ਸਭ ਤੋਂ ਪਹਿਲਾਂ ਇੰਡੀਆ ਤੋਂ ਜਿੰਨੇ ਵੀ IT ਵਾਲੇ ਹੈਗੇ ਉਹ US ਚਲੇ ਜਾਂਦੇ ਸੀ H1B1 ਤੋਂ, ਬਟ ਹੁਣ ਰੀਸੈਂਟਲੀ ਉੱਥੇ ਰਿਫਿਊਜ਼ਲ ਬਹੁਤ ਆ ਗਈ ਹੈ ਕੋਈ ਨਾ ਕੋਈ ਇਸ਼ੂਜ਼ ਕਰਕੇ, ਤੇ ਉਹ ਉਹਨਾਂ ਨੂੰ ਲਾਸਟ ਆਪਸ਼ਨ ਕੀ ਹੁੰਦੀ ਸੀ, ਉਹਨਾਂ ਨੂੰ ਬੈਕ ਹੋਮ ਜਾਣਾ ਪੈਂਦਾ ਸੀ। ਤੇ ਇਹ ਜੋ ਮਿਨਿਸਟਰ ਨੇ ਅਨਾਊਂਸਮੈਂਟ ਕੀਤੀ ਹੈ ਬਹੁਤ ਐਕਸਲੈਂਟ ਅਨਾਊਂਸਮੈਂਟ ਹੈਗੀ ਹੈ, ਤਾਂ ਕਿ ਜਿੰਨੀ ਵੀ ਆਪਾਂ ਨੂੰ ਟੈਕ ਇੰਪਲੋਈਜ਼ ਦੀ ਲੋੜ ਹੈਗੀ ਉਹ ਇਹ ਤੋਂ ਪੂਰੀ ਹੋ ਸਕਦੀ। ਇਹਨਾਂ ਨੇ ਡਿਫਰੈਂਟ ਕ੍ਰਾਈਟੀਰੀਆ ਰੱਖਿਆ, ਬਟ ਐਜ਼ ਅ ਸੈਡ ਬਿਕਾਜ਼ ਰੀਸੈਂਟਲੀ ਆਈ ਹੈ ਤੇ ਉਹਦੀ ਇਨਫੋਰਮੇਸ਼ਨ ਸਲੋਲੀ ਹੋਰ ਪ੍ਰੋਵਾਈਡ ਕੀਤੀ ਜਾਏਗੀ। ਸੋ ਇਹ ਇੱਕ ਨਵੀਂ ਅਪਡੇਟ ਹੈ, ਜਿੱਦਾਂ ਮਨਦੀਪ ਜੀ ਨੇ ਦੱਸਿਆ ਕਿ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਲੈਰੀਫਿਕੇਸ਼ਨ ਆਵੇ। ਜੇਕਰ ਤੁਸੀਂ ਇਸ ਕੈਟਾਗਰੀ 'ਚ ਫਾਲ ਕਰਦੇ ਹੋ ਤੇ ਇਹਨੂੰ ਜ਼ਰੂਰ ਤੁਸੀਂ ਥੋੜ੍ਹਾ ਜਿਹਾ ਟਰੈਕ ਕਰਦੇ ਰਹੋ, ਤੁਹਾਨੂੰ ਇਹਦੇ 'ਚੋਂ ਹੈਲਪ ਮਿਲ ਸਕਦੀ ਹੈ। ਮਨਦੀਪ ਜੀ, ਹੁਣ ਸਮਾਂ ਆਪਣੇ ਕੋਲ 1 ਮਿੰਟ ਬਚਿਆ ਤੇ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹੋਵਾਂ, ਤੁਸੀਂ ਦੱਸਣੀ ਚਾਹੋ, ਜਾਂ ਆਪਣੀ ਲਾਅ ਫਰਮ ਬਾਰੇ ਜਾਂ ਆਪਣੇ ਬਾਰੇ, ਜਾਂ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ, ਜ਼ਰੂਰ ਦੱਸੋ ਪਲੀਜ਼। ਹਾਂਜੀ, ਸਭ ਤੋਂ ਪਹਿਲੀ ਗੱਲ ਹੈਗੀ ਹੈ ਜੀ, ਇੱਕ ਚੀਜ਼ ਡੈਪੋਟੇਸ਼ਨ ਆਖਰੀ ਚੀਜ਼ ਹੁੰਦੀ ਹੈ, ਲਾਸਟ ਡੈਪੋਟੇਸ਼ਨ ਹੁੰਦੀ ਹੈ। ਦੂਜੀ ਗੱਲ ਹੈਗੀ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਇਮੀਗ੍ਰੇਸ਼ਨ ਦਾ ਜਾਂ ਕੋਈ ਵੀ ਇਸ਼ੂ ਇਨ ਜਨਰਲ ਜੋ ਸਾਡੀ ਫਰਮ ਕਰਦੀ ਹੈ, ਪਲੀਜ਼ ਸਾਨੂੰ ਕੰਟੈਕਟ ਕਰੋ ਨੰਦਾ ਐਂਡ ਐਸੋਸੀਏਟ ਲਾਇਰਸ। ਤੇ ਇਹਦੀ ਜੋ ਇਨਫੋਰਮੇਸ਼ਨ ਹੈਗੀ ਹੈ ਉਹ ਆਪਣੀ ਸਕਰੀਨ 'ਚ ਹੈਗੀ ਹੈ। ਤੇ ਮੇਰਾ ਨਾਮ ਮਨਦੀਪ ਚੌਧਰੀ ਹੈਗਾ, ਤੁਸੀਂ ਆਪਣੀ ਵੈਬਸਾਈਟ ਤੇ ਜਾ ਕੇ ਮੈਨੂੰ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ, ਤੇ ਸਾਡੀ ਡੈਡੀਕੇਟਿਡ ਟੀਮ ਹੈਗੀ ਇਮੀਗ੍ਰੇਸ਼ਨ ਦੇ ਰਿਲੇਟਡ ਜੋ ਤੁਹਾਡੀ ਅਸਿਸਟੈਂਸ ਕਰ ਸਕਦੀ ਹੈ। ਜੀ ਮਨਦੀਪ ਜੀ, ਪਹਿਲੀ ਗੱਲ ਤੇ ਤੁਹਾਡਾ ਬੜਾ ਧੰਨਵਾਦ ਵੀ ਤੁਸੀਂ ਇੰਨੀ ਡਿਟੇਲ 'ਚ ਸਾਰਾ ਕੁਝ ਸਮਝਾਇਆ, ਤੇ ਸਾਨੂੰ ਆਸ ਹੈ ਵੀ ਇਹਦੇ ਤੋਂ ਚਲੋ ਜਿਹੜੇ ਬੰਦੇ ਨੇ ਕੋਈ ਪੰਗਾ ਨਹੀਂ ਲਿਆ ਉਹ ਗਾਂਹ ਵੀ ਪੰਗਾ ਨਹੀਂ ਲਊਗਾ, ਵੀ ਮੈਂ ਐਡਾ ਵੀ ਪੱਕਾ ਨਹੀਂ ਹੈਗਾ, ਜਦੋਂ ਮਰਜ਼ੀ ਅਗਲੇ ਵਾਪਸ ਚੜਾ ਸਕਦੇ ਮੈਨੂੰ। ਤੁਸੀਂ ਆਏ ਸਟੂਡੀਓ, ਬੜਾ ਧੰਨਵਾਦ ਜੀ ਤੁਹਾਡਾ। ਥੈਂਕ ਯੂ। ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ, ਤੇ ਮੈਨੂੰ ਆਸ ਹੈ ਕਿ ਵੀ ਇਸ ਗੱਲਬਾਤ ਤੋਂ ਤੁਹਾਨੂੰ ਬਹੁਤ ਵਡਮੁੱਲੀ ਜਾਣਕਾਰੀ ਮਿਲੀ ਹੋਊਗੀ, ਤੇ ਮੈਂ ਬੇਨਤੀ ਕਰਾਂ ਕਿ ਇਸ ਇਨਫੋਰਮੇਸ਼ਨ ਦਾ ਬੈਨੀਫਿਟ ਆਪਣੇ ਤੱਕ ਵੀ ਰੱਖਿਓ, ਤੇ ਜੇ ਹੋ ਸਕੇ ਤੇ ਇਹਦਾ ਕਲਿੱਪ ਗਾਂ ਅੱਗੇ ਵੀ ਸ਼ੇਅਰ ਕਰ ਦਿਓ। ਕਿਸੇ ਵੇਲੇ ਹੁੰਦਾ ਕੋਈ ਇਨਫੋਰਮੇਸ਼ਨ ਕਿਸੇ ਤੱਕ ਪਹੁੰਚ ਜਾਵੇ ਤੇ ਅਗਲੇ ਦੇ ਕੰਮ ਆ ਜਾਂਦੀ ਆ। ਹੁਣ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।